ਉਹ ਛੁਪ ਕੇ ਖੜੇ ਸੀ। ਉਹਨਾਂ ਨੇ ਕਿਹਾ ਕਿ ਇੱਥੇ ਇਹ ਪੈਸੇ ਜਿਹੜੇ ਨੇ ਨਾ ਰੱਖ ਦਿਓ। ਉਸ ਤੋਂ ਬਾਅਦ ਅਸੀਂ ਪੈਸੇ ਰੱਖੇ ਨੇ। ਉਹਨਾਂ ਨੇ ਉਹ ਪੈਸੇ ਉਹਨਾਂ ਨੇ ਕਿਹਾ ਉਧਰ ਨੂੰ ਮੂੰਹ ਕਰਕੇ ਖੜੇ ਹੋ ਜਾਓ। ਅਸੀਂ ਮੂੰਹ ਉਧਰ ਕਰਕੇ ਖੜੇ ਹੋਏ ਤਾਂ ਉਹਨਾਂ ਨੇ ਪੈਸੇ ਚੁੱਕੇ ਨੇ ਤੇ ਲੈ ਗਏ ਨੇ। ਰੋ ਰੋ ਕੇ ਕਹਿੰਦਾ, ਖੁਦ ਵੀ ਫਿਰ ਵਿੱਚ ਕਹਿੰਦਾ ਕਿ ਮੈਨੂੰ ਨਹੀਂ ਪਤਾ ਮੈਂ ਖੁਦ ਕਿੱਥੇ ਵਾਂ। ਕਦੀ ਉਹਨੇ ਜੇਲ੍ਹ ਦਾ ਨਾਮ ਨਹੀਂ ਦੱਸਿਆ, ਕਦੀ ਉਹਨੇ ਬਸ ਕਹਿੰਦਾ ਮੈਂ ਫੜਿਆ ਵਾਂ। ਕੋਈ ਜੇਲ੍ਹ ਦਾ ਨਾਂ ਅੱਜ ਤੱਕ ਉਹਨੇ ਦੱਸਿਆ ਹੀ ਨਹੀਂ ਹੈ। बस उन्हें कहना मैनू मारते ने, मेरे को कोई कपड़ा नहीं है, मेरे को खान ली नहीं है कोई। अस्सलाम वालेकुम नाज़रीन, आपका मेज़बान अनवर रहमान आपकी खिदमत में हाज़िर है और आप देख रहे हैं लाहौर 42। आज हमारे साथ एक बहन मौजूद है जिसका भाई पाकिस्तान से बैरून मुल्क रोज़गार के लिए जाता है। एक अच्छा शेफ़ था, उसके दोस्त ने उसको मशवरा दिया कि क्यों ना तुम कतर चलो मेरे साथ, वहाँ पे शेफ़ की बड़ी अच्छी जॉब होती है और उसको बड़ा अच्छा पे किया जाता है। वो नौजवान यहाँ से उधार पैसे उठा के, किसी से जो है ना कर्ज़ उठा के, अपना घर बेच के निकल जाता है जी कतर की तरफ। और कतर जाके सिर्फ एक सैलरी वापस आती है और 1 साल हो गया उसका कोई पता नहीं है। अचानक से एक कॉल आती है और इनको फ़ोन किया जाता है कि आपके बेटे को पुलिस ने उठा लिया है या जेल कर दी गई है और उसको छुड़वाने के लिए पैसे चाहिए। कहानी क्या है इन्हीं से जानते हैं। अस्सलाम वालेकुम। मेरी बहन, क्या नाम है आपके भाई का? खुरम। खुरम। खुरम कितनी उम्र है उनकी? 40 साल। 40 साल। शादीशुदा है? हाँ जी, 2 बच्चे हैं। सही है। तो कितना अरसा हो गया उन्हें कतर गए हुए? साल एक हो गया भाई। 1 साल हो गया। हाँ जी। यहाँ पे अच्छा काम नहीं था उनका, शेफ अच्छे नहीं थे मतलब? नहीं भाई, सैलरी थोड़ी थी। सैलरी थोड़ी थी। हाँ जी। किस बंदे ने मशवरा दिया कि आप कतर चलो? ਉਹਦੇ ਨਾਲ ਇੱਕ ਉਹਦਾ ਦੋਸਤ ਕੰਮ ਕਰਦਾ ਸੀ। ਉਹਨੇ ਉਹਨੂੰ ਮਸ਼ਵਰਾ ਦਿੱਤਾ ਕਿ ਉੱਥੇ ਚੱਲਦੇ ਆ, ਉੱਥੇ ਜਾ ਕੇ ਸੈਲਰੀ ਅੱਛੀ ਮਿਲੇ ਕਰੇਗੀ ਤੇ ਉਹਦੇ ਨਾਲ ਜਿਹੜਾ ਤੇਰਾ ਘਰ ਦਾ ਅੱਛਾ ਨਿਜ਼ਾਮ ਚੱਲ ਜਾਏਗਾ। ਤੇ ਉਹਨੂੰ ਦੋਨੋਂ ਇੱਥੋਂ ਲੀਗਲ ਤਰੀਕੇ ਨਾਲ ਗਏ ਨੇ, ਜਹਾਜ਼ 'ਚ ਬੈਠ ਕੇ, ਔਰ ਦੋਨੋਂ ਇਕੱਠੇ ਨਾਲ ਗਏ ਨੇ। ਉੱਥੇ ਗਿਆ ਉਹਨੂੰ ਜਾ ਕੇ ਥੋੜ੍ਹੇ ਦਿਨਾਂ ਬਾਅਦ ਜੋਬ ਮਿਲ ਗਈ ਹੈ। ਉਹਨੇ ਸਾਨੂੰ ਫ਼ੋਨ ਕੀਤਾ ਕਿ ਮੈਨੂੰ ਇੱਥੇ ਕੰਮ ਮਿਲ ਗਿਆ, ਮੈਂ ਤੁਹਾਨੂੰ ਅਗਲੀ ਸੈਲਰੀ ਘੱਲਾਂਗਾ ਅਤੇ ਜਿਹੜੇ ਮੈਂ ਪੈਸੇ ਚੁੱਕ ਕੇ ਲੈ ਕੇ ਗਿਆ ਵਾਂ ਥੋੜ੍ਹੇ ਥੋੜ੍ਹੇ ਉਹ ਲਾ ਦੇਣਾ ਅਤੇ ਨਾਲ ਜਿਹੜਾ ਘਰ ਦਾ ਸਰਕਟ ਚੱਲ ਜਾਏਗਾ। सैलरी भेजी उसने? ਨਹੀਂ, ਸੈਲਰੀ ਹਜੇ ਨਹੀਂ ਭੇਜੀ। एक भी नहीं भेजी? ਇੱਕ ਵੀ ਨਹੀਂ ਸੈਲਰੀ ਘੱਲੀ ਉਹਨੇ। सही है। ਹਾਂਜੀ। आपके भाई के ताल्लुकात घर में ठीक थे? ਹਾਂਜੀ, ਸਭ ਸ਼ੁਕਰ ਹੈ। ਸਾਰੇ खुशी से गया है? ਖੁਸ਼ੀ ਨਾਲ ਗਿਆ ਤੇ ਸਾਰਿਆਂ ਨੂੰ। जिस बंदे के साथ गया है उस बंदे के साथ कैसा रिलेशन था उसका? ਭਾਈ ਉਹਦੇ ਨਾਲ ਹੀ ਕੰਮ ਕਰਦਾ ਸੀ, ਅੱਛੇ ਤਾਲੁਕਾਤ ਸਨ ਉਹਦੇ। ਉਹਦਾ ਲੜਾਈ ਝਗੜੇ ਵਾਲਾ ਕੋਈ ਨਹੀਂ ਸੀ। ਇਹੋ ਜਿਹਾ ਸੀਨ ਬੜੇ ਅੱਛੇ ਤਰੀਕੇ ਨਾਲ ਦੋਨੋਂ ਇਕੱਠੇ ਗਏ ਨੇ वो ਇੱਥੋਂ। लड़का आपका वाकिफ है? आप उसके घर वालों को, उसकी फैमिली को जानते ਨਹੀਂ ਭਾਈ, ਅਸੀਂ ਕਿਸੇ ਨੂੰ ਨਹੀਂ ਜਾਣਦੇ ਕਿਉਂਕਿ ਨਾਲ ਉਹਦੇ ਇੱਥੇ ਕੰਮ ਕਰਦਾ ਸੀ, ਅੱਛੇ ਦੋਸਤ ਸਨ, ਨਾਲ ਦੋਨੋਂ ਇਕੱਠੇ ਹੀ ਗਏ ਨੇ। हैं? जिस जगह पे काम करता था उस जगह पे आप गए हैं, जाके पता किया है कि वो लड़के का बायोडाटा निकलवाया? ਨਹੀਂ ਭਾਈ, ਉੱਥੇ ਉਹਦਾ ਬਾਇਓਡਾਟਾ ਨਹੀਂ, ਲੇਕਿਨ ਉਹ ਨਾਲ ਜ਼ਰੂਰ ਗਿਆ ਹੈ। ਉਹ ਸਾਨੂੰ ਪਤਾ ਹੈ ਕਿ ਉਹਦੇ ਨਾਲ ਗਿਆ ਹੈ ਕਿਉਂਕਿ ਉਹਨੇ ਮੈਨੂੰ ਦੱਸਿਆ ਕਿ ਅਸੀਂ ਦੋਨੇ ਜਣੇ ਜਾ ਰਹੇ ਹਾਂ। ਕਾਫੀ ਦੇਰ ਤੋਂ ਨਾਲ ਇਕੱਠੇ ਕੰਮ ਕਰਦੇ ਸੀ। इतने अरसे से अगर इकट्ठे काम कर रहे हैं उसके साथ, तो आपको चाहिए था कि उसका कम से कम जो है ना वो बायोडाटा रखते। ਭਾਈ ਉਹ ਇਸਲਾਮਾਬਾਦ ਕੰਮ ਕਰਦਾ ਸੀ, ਅਸੀਂ ਇੱਥੇ ਰਹਿੰਦੇ ਸਾਂ ਤੇ ਕਦੀ ਇੰਨੀ ਹੋਇਆ ਹੀ ਨਹੀਂ ਸੀ ਕਿ ਕਦੀ ਐਡਾ ਵੱਡਾ ਸਾਡੇ ਨਾਲ ਹਾਦਸਾ ਹੋ ਜਾਏਗਾ ਜਿਹੜਾ ਸਾਨੂੰ ਇਹਨਾਂ ਦੇ ਦੋਸਤਾਂ ਦੀ, ਇਹਦੇ ਦੋਸਤਾਂ ਦੇ ਸਾਨੂੰ ਪੁੱਛਣਾ ਪਏਗਾ ਬੈਕਗਰਾਉਂਡ ਦਾ, ਜਾਂ ਸਾਨੂੰ ਪੁੱਛਣਾ ਪਏਗਾ ਕਿ ਇਹ ਕੀ ਕਰਦੇ ਨੇ ਕੀ ਨਹੀਂ ਕਰਦੇ। अच्छा, कतर जाने के बाद कितने अरसे के बाद आपको फ़ोन आता है? 6 ਮਹੀਨੇ ਬਾਅਦ ਫੋਨ ਆਂਦਾ ਹੈ ਤੇ ਉਹ ਰੋ ਰੋ ਕੇ ਕਹਿੰਦਾ ਕਿ ਇੱਥੇ ਮੈਨੂੰ ਕਿਸੇ ਨੇ ਫੜ ਲਿਆ। 6 ਮਹੀਨੇ तक आपके साथ राब्ते में था आपका भाई? ਹਾਂਜੀ, 6 ਮਹੀਨੇ ਨੇ। 1 ਮਹੀਨਾ ਉਹਨੇ ਰਾਬਤਾ ਕੀਤਾ। ਉਸ ਤੋਂ ਬਾਅਦ ਜਿਹੜਾ ਮਹੀਨੇ ਤੋਂ ਬਾਅਦ ਫੋਨ ਆਨੇ ਬੰਦ ਹੋ ਗਏ। ਅਸੀਂ ਇੰਤਜ਼ਾਰ ਕਰਦੇ ਰਹੇ ਹਾਂ, ਫੋਨ ਕੋਈ ਨਹੀਂ ਆਇਆ। ਫਿਰ 6 ਮਹੀਨੇ ਬਾਅਦ ਫੋਨ ਆਇਆ ਤੇ ਉਹਨੇ ਸਾਨੂੰ ਇਹ ਕਿਹਾ ਕਿ ਮੈਨੂੰ ਇੱਥੇ ਕਿਸੇ ਨੇ ਫੜ ਲਿਆ, ਅਗਵਾ ਕਰ ਲਿਆ, ਮੈਨੂੰ ਮਾਰਦੇ ਨੇ, ਕੁੱਟਦੇ ਨੇ। ਉਸ ਤੋਂ ਬਾਅਦ ਉਹ ਬੰਦੇ ਪਠਾਨ ਟੈਪ ਦੇ ਨੇ ਕੋਈ, ਉਹ ਫੋਨ ਇਹਦੇ ਕੋਲੋਂ ਫੜ ਕੇ ਕਹਿੰਦੇ ਨੇ ਕਿ ਤੁਹਾਡਾ ਬੰਦਾ ਸਾਡੇ ਕੋਲ ਹੈ, ਸਾਨੂੰ ਪੈਸੇ ਘੱਲੋ। ਫਿਰ ਅਸੀਂ ਉਹਨੂੰ ਲੱਖ ਰੁਪਈਆ ਘੱਲਿਆ ਤੇ ਕਹਿੰਦੇ ਨੇ ਅੱਛਾ ਅਗਲੀ ਵਾਰੀ ਫਿਰ ਅਸੀਂ ਫੋਨ ਕਰਾਂਗੇ, ਫਿਰ ਤੁਹਾਡੀ ਗੱਲ ਕਰਾਵਾਂਗੇ ਇਹਦੇ ਨਾਲ। ਉਸ ਤੋਂ ਬਾਅਦ ਫਿਰ ਫੋਨ ਉਹਨਾਂ ਨੇ ਕੀਤਾ ਤੇ ਕਹਿੰਦੇ ਨੇ 5 ਲੱਖ ਰੁਪਇਆ ਦਿਓ, ਅਸੀਂ ਇਹਨੂੰ ਵਾਪਸ ਘੱਲ ਦਿੰਦੇ ਹਾਂ। ਤੇ ਫਿਰ ਅਸੀਂ, ਮੇਰੇ ਅੱਬੂ ਨੇ ਆਪਣਾ ਘਰ ਜਿਹੜਾ 2 ਮਰਲੇ ਦਾ ਸੀ ਉਹ ਵੇਚਿਆ, ਵੇਚ ਕੇ ਉਹ ਰਕਮ ਲਈ ਕੁਛ ਘਰ ਦਾ ਨਿਜ਼ਾਮ ਚਲਾਇਆ। ਉਸ ਤੋਂ ਬਾਅਦ ਇਹਨੂੰ 5 ਲੱਖ ਰੁਪਈਆ ਸੀ, ਫਿਰ ਉਹਨੇ ਆਪਣਾ ਅਕਾਊਂਟ ਦਿੱਤਾ UBL ਦਾ ਤੇ ਉਹਦੇ ਅਕਾਊਂਟ ਤੇ ਅਸੀਂ 5 ਲੱਖ ਰੁਪਈਆ करवाया। अकाउंट भी आपके पास हैं, नंबरों से भी कॉल्स आ रही हैं, पुलिस के पास नहीं गए जाके, वो नंबर नहीं दिए, वो अकाउंट नहीं दिए कि ये अकाउंट्स हैं जिनसे हमारे साथ रब्ता किया जा रहा है। फिर आप बता रही थी कि एक बंदा आके बाकायदा जो है ना वो फिजिकली खुद आके आपसे पैसे लेके गया। ਹਾਂਜੀ ਬਾਜੀ, ਹਾਂਜੀ ਭਾਈ, ਉਹ ਨਾ ਇੱਥੇ ਕਜ਼ਾਫੀ ਸਟੇਡੀਅਮ ਦੇ ਕੋਲ ਆਇਆ, ਆ ਕੇ ਤੇ ਉਹਨੇ 5 ਲੱਖ ਰੁਪਇਆ ਸਾਡੇ ਕੋਲੋਂ ਲਿਆ। ਉਹਨੇ ਕਿਹਾ ਕਿ
ਹੁਣ ਤੁਹਾਡੇ ਭਰਾ ਨੂੰ ਅਸੀਂ ਵਾਕਈ ਤੁਹਾਨੂੰ ਦੇ ਦਾਂਗੇ ਤੇ ਤੁਸੀਂ ਕਿਸੇ ਨੂੰ ਦੱਸਣਾ ਨਹੀਂ, ਅਗਰ ਜੇ ਤੁਸੀਂ ਕਿਸੇ ਨੂੰ ਦੱਸਿਆ ਤੇ ਅਸੀਂ ਇਹਨੂੰ ਕਤਲ ਕਰ ਦਾਂਗੇ। ਉਹਨਾਂ ਨੇ ਸਾਨੂੰ ਡਰਾਇਆ ਧਮਕਾਇਆ ਹੈ। ਉਹਨਾਂ ਨੇ ਸਾਨੂੰ ਕਿਹਾ ਕਿ ਅਗਰ ਤੁਸੀਂ ਸਾਨੂੰ ਪੈਸੇ ਦੇ ਦੋਗੇ ਅਸੀਂ ਆਪਣਾ ਬੰਦਾ ਘੱਲ ਰਹੇ ਹਾਂ ਤੇ ਇਹਨੂੰ ਅਸੀਂ ਕੁਝ ਨਹੀਂ ਕਹਾਂਗੇ। ਤੇ ਫਿਰ ਅਸੀਂ ਉਹ ਇੱਥੇ ਕਜ਼ਾਫੀ ਸਟੇਡੀਅਮ ਕੋ ਆ ਕੇ ਸਾਡੇ ਕੋ ਕੈਸ਼ ਜਿਹੜਾ ਨਾ 5 ਲੱਖ ਰੁਪਈਆ ਲੈ ਕੇ ਗਿਆ। पुलिस के पास, इदारों के पास नहीं गए कि आपके पास उनका डाटा है, अकाउंट्स हैं, सब कुछ हो सकता है। इंटरपोल चाहे तो मतलब 2 दिन के अंदर आपका भाई भी बाजियाब हो सकता है, वो पैसे भी रिकवर हो सकते हैं। ਭਾਈ ਅਸੀਂ FIA ਵਾਲੇ ਕੋ ਗਏ ਆ, ਠੋਕਰ ਤੇ ਉਹਨਾਂ ਦਾ ਦਫ਼ਤਰ ਹੈ, ਉੱਥੇ ਗਏ ਆ ਅਸੀਂ 3-4 ਦਫਾ ਉੱਥੇ ਗਏ ਆ ਜਾ ਕੇ ਆਪਣੀ ਰਿਪੋਰਟ ਲਿਖਵਾਈਏ। ਉਹਨਾਂ ਦੇ ਕੋਲ ਸਾਡੀ ਐਪਲੀਕੇਸ਼ਨ ਵੀ ਹੈ। ਉਹਨਾਂ ਨੇ ਸਾਨੂੰ ਕਿਹਾ ਠੀਕ ਹੈ ਤੁਸੀਂ ਜਾਓ, ਅਸੀਂ ਤੁਹਾਨੂੰ ਫੋਨ ਕਰਾਂਗੇ ਤੇ ਤੁਸੀਂ ਵਾਪਸ ਆ ਜਾਣਾ। ਉਹਨਾਂ ਨੇ ਸਾਨੂੰ 3-4 ਇੰਜੀ ਚੱਕਰ ਲਗਵਾ ਕੇ ਬਾਅਦ ਚ ਉਹਨਾਂ ਨੇ ਸਾਨੂੰ ਕੋਈ ਫੋਨ ਨਹੀਂ ਕੀਤਾ। ਆਪਣੇ ਕਿਸੇ ਬੰਦੇ ਦਾ ਨੰਬਰ ਵੀ ਦੇ ਦਿੱਤਾ ਹੈ ਕਿ ਇਹ ਬੰਦਾ ਤੁਹਾਨੂੰ ਫੋਨ ਕਰੇਗਾ ਤੁਸੀਂ ਇੱਥੇ ਆ ਜਾਣਾ, ਲੇਕਿਨ ਦੁਬਾਰਾ ਉਹਨਾਂ ਨੇ ਸਾਨੂੰ ਨਹੀਂ ਬੁਲਾਇਆ। ਉੱਥੇ एम्बेसी के पास गई हैं? ਅੰਬੈਸੀ ਅਸੀਂ ਫੈਸਲਾਬਾਦ ਇਸਲਾਮਾਬਾਦ ਜਾਣਾ ਹੈ ਭਾਈ। ਉੱਥੇ ਇਸਲਾਮਾਬਾਦ ਵੀ ਅਸੀਂ ਆਪਣੀਆਂ ਸਾਰੀਆਂ ਜਿੰਨੀਆਂ ਵੀ ਐਪਲੀਕੇਸ਼ਨਾਂ ਦੇਣੀਆਂ ਨੇ ਉੱਥੇ ਜਾ ਕੇ, ਔਰ ਮੈਂ ਅੱਜ ਤੋਂ 2 ਦਿਨ ਬਾਅਦ ਅਸੀਂ ਇਸਲਾਮਾਬਾਦ ਜਾਵਾਂਗੇ। ਉੱਥੇ ਐਪਲੀਕੇਸ਼ਨਾਂ ਦਾਂਗੇ ਸਾਰੇ ਅਦਾਰਿਆਂ ਨੂੰ ਜਾ ਕੇ, ਉੱਥੇ ਐਪਲੀਕੇਸ਼ਨਾਂ ਜਮ੍ਹਾਂ ਕਰਵਾਵਾਂਗੇ ਤੇ ਉਹਨਾਂ ਅੱਗੇ ਅਸੀਂ ਆਪਣੀ ਅਪੀਲ ਰੱਖਾਂਗੇ ਕਿ ਜਿੰਨੇ ਹੋ ਸਕਦਾ ਸਾਡੇ ਨਾਲ ਤਾਵਨ ਕਰਨ ਤੇ ਸਾਡੇ ਭਰਾ ਨੂੰ ਪਾਕਿਸਤਾਨ ਵਾਪਸ ਲਿਆਇਆ ਜਾਏ। आपके पास वो सारे डॉक्यूमेंट्स मौजूद हैं जो डॉक्यूमेंट्स आपके भाई यूज़ करके बाहर गए हैं, लीगल तरीके से गए हैं? ਹਾਂਜੀ ਭਾਈ, ਉਹਨਾਂ ਦੀਆਂ ਸਾਡੇ ਕੋਲ ਵੌਇਸ ਮੈਸੇਜ ਨੇ ਜਿਹੜੇ ਉਹ ਸਾਨੂੰ ਇਹਦੇ ਤੇ WhatsApp ਤੇ ਗੱਲਾਂ ਕਰਦੇ ਰਹੇ ਨੇ। ਉਹਨਾਂ ਦੇ ਨੰਬਰ ਨੇ ਸਾਡੇ ਕੋਲ, ਸਾਰਾ ਉਹਨਾਂ ਦਾ ਜਿੰਨਾ ਵੀ ਜਿਹਦੇ ਨੰਬਰ ਤੋਂ ਫੋਨ ਕਰਦੇ ਸੀ ਅਸੀਂ ਸਾਰੇ ਨੰਬਰ ਜਿਹੜੇ ਨੇ ਨਾ ਸੇਵ ਕਰਕੇ ਰੱਖੇ ਨੇ। ਉਹਨਾਂ ਦੀਆਂ ਆਵਾਜ਼ਾਂ ਵੀ, ਉਹਨਾਂ ਨੇ ਜਿਹੜੇ ਜੈਜ਼ ਕੈਸ਼ ਮੰਗਵਾਏ ਨੇ, ਆਪਣੇ ਅਕਾਊਂਟਾਂ ਤੋਂ ਪੈਸੇ ਮੰਗਵਾਏ, ਉਹ ਅਸੀਂ ਸਾਰਾ ਡਾਟਾ ਆਪਣੇ ਕੋਲ ਸੰਭਾਲ ਕੇ ਰੱਖਿਆ ਹੈ। कज़ाफ़ी स्टेडियम के पास आपने बताया कि जनाब उस शख्स से मुलाकात होती है। कज़ाफ़ी स्टेडियम के करीब बहुत बड़े बड़े कैमरे मौजूद हैं। हाँ जी। आप उन कैमरों से उस बंदे का रिकॉर्ड किस चीज़ पे आया था? वो बंदा भाई वो आया मोटरसाइकिल ਤੇ ਆਇਆ। मोटरसाइकिल की नंबर प्लेट वगैरह ये वो कुछ नोट किया? ਕੁਛ ਨਹੀਂ ਅਸੀਂ ਨੋਟ ਕੀਤਾ। ਸਾਨੂੰ ਆਪਣੀ ਸੀ ਕਿ ਇਹ ਪਤਾ ਨਹੀਂ 2-3 ਜਣੇ ਹੋਣਗੇ ਸਾਨੂੰ ਮਾਰਨਾ ਨਾ ਜਾਂ ਸਾਡੇ ਤੇ ਕੋਈ ਅਟੈਕ ਨਾ ਕਰ ਦੇਣ। ਉਹਨਾਂ ਨੇ ਕਿ ਉਹ ਛੁਪ ਕੇ ਖੜੇ ਸੀ। ਉਹਨਾਂ ਨੇ ਕਿਹਾ ਕਿ ਇੱਥੇ ਇਹ ਪੈਸੇ ਜਿਹੜੇ ਨੇ ਨਾ ਰੱਖ ਦਿਓ। ਉਸ ਤੋਂ ਬਾਅਦ ਅਸੀਂ ਪੈਸੇ ਰੱਖੇ ਨੇ। ਉਹਨਾਂ ਨੇ ਉਹ ਪੈਸੇ, ਉਹਨਾਂ ਨੇ ਕਿਹਾ ਉਧਰ ਨੂੰ ਮੂੰਹ ਕਰਕੇ ਖੜੇ ਹੋ ਜਾਓ। ਅਸੀਂ ਮੂੰਹ ਉਧਰ ਕਰਕੇ ਖੜੇ ਹੋਏ ਤਾਂ ਉਹਨਾਂ ਨੇ ਪੈਸੇ ਚੁੱਕੇ ਨੇ ਤੇ ਲੈ ਗਏ ਨੇ। अच्छा, वो आप डाटा वहाँ कैमरों से भी निकाल सकते हैं। अच्छा, एक और चीज़ पूछना चाहूँगा कि जो 1 महीना आपके साथ आपका भाई राब्ते में था, उसके अंदर उसकी क्या कंडीशन थी? वो सही बात करता था? वीडियो कॉल्स आती थी, नहीं आती थी? वीडियो कॉल भाई आज तक नहीं उन्होंने करवाई। वॉइस जब वो नहीं अगवा हुआ था 1 महीना, वो वीडियो कॉल हाँ जी, वो वीडियो कॉल की थी अपना सराउंडिंग दिखाता था कि मैं यहाँ पे काम हाँ कर जी, ਉਹਨੇ ਆਪਣੇ ਕਮਰਾ ਜਿਹੜੇ ਕਮਰੇ 'ਚ ਉਹ ਰਹਿ ਰਿਹਾ ਸੀ ਉਹ ਵੀ ਦਿਖਾਇਆ, ਆਪਣੇ ਦੋਸਤ ਦਾ ਵੀ ਚਿਹਰਾ ਦਿਖਾਇਆ ਕਿ ਅਸੀਂ ਇੱਥੇ ਪਹੁੰਚ ਗਏ ਹਾਂ। ਵੀਡੀਓ ਕਾਲ ਤੇ ਪੂਰੇ ਕਮਰੇ ਦੀ ਸਾਨੂੰ ਫਿਲਮ ਬਣਾ ਕੇ, ਉਹ ਮੋਬਾਈਲ ਸਾਡੇ ਕੋਲ ਗੁੰਮ ਗਿਆ ਸੀ, ਉਹ ਮੋਬਾਈਲ ਸਾਡਾ ਚੋਰੀ ਹੋ ਗਿਆ। ਉਹਦੀਆਂ ਤਸਵੀਰਾਂ ਸਾਡੇ ਕੋਲ ਹਜੇ ਵੀ ਹੈ, ਜਿੱਥੇ ਉਹ ਜਹਾਜ਼ 'ਚ ਬੈਠਾ ਹੈ ਉੱਥੇ ਕਮਰੇ 'ਚ ਜਿੱਥੇ 1-2 तस्वीरें। ठीक है, जिस होटल में काम कर रहा था उस होटल के मालिक के साथ कोई रब्ता करवाया कि ये अगर मेरे साथ रब्ता नहीं होता, मैं इस होटल में काम कर रहा हूँ, ये हमारा मालिक है, ये हमारा जो है ना वो है? ਨਹੀਂ ਭਾਈ, ਅਜੇ ਤੇ ਉਹ ਪਹੁੰਚਿਆ ਸੀ। ਉਹਨੇ ਕਿਹਾ ਸੀ ਕਿ ਮੈਂ ਤੁਹਾਨੂੰ ਇਹ ਮੈਂ ਪਹੁੰਚਿਆ ਡਿਊਟੀ ਤੇ ਨਵੀਂ ਲੱਗਾ ਵਾਂ ਤੇ ਮੈਂ ਤੁਹਾਡੇ ਨਾਲ ਗੱਲ ਕਰਦਾ ਰਹਾਂਗਾ। और जो 6 महीने बाद जब रब्ता किया उसके बाद वीडियो कॉल आती है, क्या होता है? ਨਹੀਂ ਭਾਈ, ਵੀਡੀਓ ਕਾਲ ਨਹੀਂ ਆਈ, आज तक नहीं हुई ਨਹੀਂ ਆਈ। WhatsApp ਤੇ ਕਾਲ ਆਈ ਹੈ, ਠੀਕ ਹੈ, ਉਹਦੇ ਤੇ वॉइस यूज़ कर? ਵਾਇਸ ਯੂਜ਼ ਕਰਦੇ ਨੇ। ਉਹਨਾਂ ਨੇ ਉਹਦੇ ਤੇ ਸਾਡੀ ਕਾਲ ਤੇ ਗੱਲ ये ਕਰਵਾਈ। भी तो हो सकता है ना, खुदा ना खास्ता आपके भाई के साथ कुछ तरह का हादसा पेश आ गया और उसके जो 7 लोग हैं वो जो है ना वो गलत मिस यूज़ कर रहे हो। ਭਾਈ ਪਤਾ ਨਹੀਂ ਰੋ ਕੇ ਕਹਿੰਦਾ, ਖੁਦ ਵੀ ਫਿਰ ਵਿੱਚ ਕਹਿੰਦਾ ਕਿ ਮੈਨੂੰ ਨਹੀਂ ਪਤਾ ਮੈਂ ਖੁਦ ਕਿੱਥੇ ਵਾਂ। ਕਦੀ ਉਹਨੇ ਜੇਲ੍ਹ ਦਾ ਨਾਮ ਨਹੀਂ ਦੱਸਿਆ, ਕਦੀ ਉਹਨੇ ਬਸ ਕਹਿੰਦਾ ਮੈਂ ਫੜਿਆ ਵਾਂ। ਕੋਈ ਜੇਲ੍ਹ ਦਾ ਨਾਂ ਅੱਜ ਤੱਕ ਉਹਨੇ ਦੱਸਿਆ ਹੀ ਨਹੀਂ ਹੈ। ਬਸ ਉਹਨੇ ਕਹਿੰਦਾ ਮੈਨੂੰ ਮਾਰਦੇ ਨੇ, ਮੇਰੇ ਕੋਲ ਕੋਈ ਕੱਪੜਾ ਨਹੀਂ ਹੈ, ਮੇਰੇ ਕੋਲ ਖਾਣ ਲਈ ਨਹੀਂ ਹੈ ਕੁਛ, ਨਾ ਮੇਰੇ ਕੋਲ ਕੋਈ ਹੈ ਵੇ ਖਾਣ ਪੀਣ ਦਾ ਨਿਜ਼ਾਮ ਹੈ। ਮੇਰੇ ਕੋਲ ਇੱਥੇ ਕੰਮ ਕਰਵਾਉਂਦੇ ਨੇ, ਮੈਨੂੰ ਮਾਰਦੇ ਨੇ ਤੇ ਸਾਡੇ ਕੋਲ ਕਹਿੰਦੇ ਆਪਣੇ ਘਰ ਵਾਲਿਆਂ ਨੂੰ फ़ोन करते ਉਹਨਾਂ ਕੋਲ पैसे मंगवा। तो नाज़रीन, ये जी कहानी है जो एक बेटा घर से निकलता है रोज़गार कमाने के लिए, अपने बूढ़ी माँ और बाप का सहारा बनने के लिए, अपने छोटे छोटे 2 बच्चों को छोड़ के जुदाई भी बर्दाश्त करता है। लेकिन उसके बाद 6 महीने 1 साल गुजर चुका है और वो बंदा, उसको किसी ने वहाँ पे अगवा कर लिया है। बहुत सारे गैंग इस तरह के काम कर रहे हैं। पाकिस्तानी इदारे बड़े मजबूत हैं, अगर ये चाहें इंटरपोल के ज़रिए ये 2 दिन के अंदर इनको रिकवर करवा सकते हैं। तो उम्मीद करते हैं जी इनको इनका बेटा मिल जाए, अल्लाह करे, और इनका जो केस है वो फॉरवर्ड हो। FIA में गए हैं, किसी ने इनकी सुनी नहीं है। वीडियो बनाने का मकसद ये है कि वीडियो को ज़्यादा से ज़्यादा शेयर करें
ताकि इनकी आवाज़ हुकाम बाला तक पहुंच सके और एम्बेसी को एक्टिव किया जाए और वो एम्बेसी कतर की एम्बेसी से रब्ता करे और पता करवाए ये मामला है क्या। मिलेंगे इंशाल्लाह नई वीडियो के साथ, तब तक के लिए अपना ख्याल रखिए। अल्लाह निगहबान।